ਸਤਨਾਮ ਵਾਹਿਗੁਰੂ ਜੀ। ਸੂਹੀ ਮਹਿਲਾ ਪੰਜਵਾ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੋਈ ਫਲ ਪਾਏ, ਕਰਤੈ ਆਪ ਵਸਾਇਆ ਰਾਮ। ਕਰਤੈ ਆਪ ਵਸਾਇਆ ਸਰਬ ਸੁਖ ਪਾਇਆ। ਪੁੱਤ ਭਾਈ ਸਿੱਖ ਬਿਗਾਸੇ, ਗੁਣ ਗਾਵੈ ਪੂਰਨ ਪਰਮੇਸ਼ਰ। ਕਾਰਜ ਆਇਆ ਰਾਸੇ, ਪ੍ਰਭ ਆਪ ਸੁਆਮੀ ਆਪੇ ਰੱਖਾ। ਆਪ ਪਿਤਾ ਆਪ ਮਾਇਆ, ਕਉ ਨਾਨਕ ਸਤਿਗੁਰ ਬਲਿਹਾਰੀ। ਜਿਨ ਏ ਥਾਨ ਸੁਹਾਇਆ, ਪ੍ਰਭ ਆਪ ਸੁਆਮੀ ਆਪੇ ਰੱਖਾ। ਆਪ ਪਿਤਾ ਆਪ ਮਾਇਆ, ਕਉ ਨਾਨਕ ਸਤਿਗੁਰ ਬਲਿਹਾਰੀ। ਜਿਨ ਏ ਥਾਨ ਸੁਹਾਇਆ। ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਅਤੇ ਪਾਵਨ ਬਾਣੀ ਦੇ ਵਿੱਚੋਂ ਆਪ ਜੀ ਨੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਵਿੱਚ ਦਰਜ ਪਾਵਨ ਪੰਨਾ 783 ਤੇ ਸੁਭਾਇਮਾਨ ਸ਼ਬਦ ਦੇ ਵਿੱਚੋਂ ਸ਼ਬਦ ਦੇ ਪਹਿਲੇ ਬੰਦ ਦਾ ਪਾਠ ਸੁਣਨਾ ਕੀਤਾ ਹੈ। ਇਹ ਸ਼ਬਦ ਕਵਿਤਾ ਦੀ ਸ਼ੰਤ ਵਿਧੀ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਇਸ ਸ਼ਬਦ ਦੇ ਵਿੱਚ ਕੁੱਲ 4 ਬੰਦ ਹਨ। ਉਹਨਾਂ 4 ਬੰਦਾਂ ਦੇ ਵਿੱਚੋਂ ਅੱਜ ਪਹਿਲੇ ਬੰਦ ਦਾ ਵਖਿਆਨ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਗੁਰਬਾਣੀ ਵਖਿਆਨ ਆਰੰਭ ਕਰਦੇ ਹਾਂ। ਇੱਕ ਵਾਰ ਬੜੇ ਪਿਆਰ ਨਾਲ ਕਹਿਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਬਹੁਤ ਸਾਰੇ ਬਚਨਾਂ ਦੇ ਨਾਲ ਉਥਾਨਕਾਵਾਂ ਜੁੜੀਆਂ ਹੋਈਆਂ ਹਨ। ਉਥਾਨਕਾਵਾਂ ਦਾ ਭਾਵ ਹੁੰਦਾ ਹੈ ਕਿ ਕਿਸੇ ਸ਼ਬਦ ਨਾਲ ਕੋਈ ਸਾਖੀ, ਕੋਈ ਸਮਾਜਿਕ ਤੱਥ,
ਜਾਂ ਕੋਈ ਆਲੇ ਦੁਆਲੇ ਦੀ ਗੱਲਬਾਤ ਦਾ ਜੁੜ ਜਾਣਾ। ਆਮ ਕਰਕੇ ਜੇ ਤੁਸੀਂ ਗੁਰਬਾਣੀ ਦੇ ਉਹ ਟੀਕੇ ਪੜ੍ਹੋਗੇ ਜੋ ਟੀਕੇ ਸਿੰਘ ਸਭਾ ਲਹਿਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਲਿਖੇ ਗਏ, ਭਾਵ ਜਿਨ੍ਹਾਂ ਨੂੰ ਅਸੀਂ ਸੰਪਰਦਾਇਆਂ ਵੱਲੋਂ ਲਿਖੇ ਗਏ ਟੀਕੇ ਆਖਦੇ ਹਾਂ। ਟੀਕੇ ਦਾ ਭਾਵ ਹੁੰਦਾ ਹੈ ਜਿਸ ਕਿਤਾਬ ਅੰਦਰ ਬਾਣੀ ਦੇ ਅਰਥ ਲਿਖੇ ਜਾਂਦੇ ਹਨ ਉਸ ਨੂੰ ਟੀਕਾ ਕਹਿੰਦੇ ਹਨ। ਸਟੀਕ ਵੀ ਕਹਿ ਲੈਂਦੇ ਹਨ ਤੇ ਟੀਕਾ ਵੀ ਕਹਿ ਲੈਂਦੇ ਹਨ। ਸੋ ਜੋ ਸਟੀਕ, ਜੋ ਟੀਕੇ ਸਿੰਘ ਸਭਾ ਲਹਿਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਲਿਖੇ ਗਏ ਜਾਂ ਉਹਦੇ ਪੈਰਲਰ ਬਰਾਬਰ ਲਿਖੇ ਗਏ ਕੁਝ ਵਿਦਵਾਨਾਂ ਦੇ ਵੱਲੋਂ, ਜਿਨ੍ਹਾਂ ਨੂੰ ਸੰਪਰਦਾਈ ਟੀਕੇ ਆਖਦੇ ਹਨ, ਜਦੋਂ ਉਹਨਾਂ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹਨਾਂ ਦੀ ਵਿਆਖਿਆ ਦੇ ਵਿੱਚ ਜਦੋਂ ਕਿਸੇ ਸ਼ਬਦ ਦੀ ਵਿਆਖਿਆ ਲਿਖਦੇ ਹਨ ਤਾਂ ਬਹੁਤਾਤ ਸ਼ਬਦਾਂ ਦੀ ਵਿਆਖਿਆ ਦੇ ਉੱਪਰ ਉਹਨਾਂ ਨੇ ਉਥਾਨਕਾਵਾਂ ਦਿੱਤੀਆਂ ਹੋਈਆਂ ਹਨ। ਉਥਾਨਕਾਵਾਂ ਦਾ ਭਾਵ ਹੈ ਉਹਦੇ 'ਚ ਕੁਝ ਗੱਲਾਂ ਨੇ ਕਿ ਇਹ ਸ਼ਬਦ ਫਲਾਣੇ ਸਮੇਂ ਫਲਾਣੇ ਬੰਦੇ ਨੂੰ ਜਦੋਂ ਗੁਰੂ ਸਾਹਿਬ ਮਿਲੇ ਤਾਂ ਉੱਥੇ ਉਚਾਰਨ ਕੀਤਾ, ਜਾਂ ਇਸ ਸ਼ਬਦ ਦੇ ਨਾਲ ਇਹ ਤੱਤ ਜਿਹੜਾ ਹੈ ਉਹ ਜੁੜਦਾ ਹੈ। ਉਦਾਹਰਨ ਵਜੋਂ ਮੈਂ ਬਾਣੀ ਦੇ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗਾ ਜਿੱਥੋਂ ਇਹ ਗੱਲ ਥੋੜ੍ਹੀ ਜੀ ਸਾਨੂੰ ਸਪਸ਼ਟ ਹੋਏਗੀ, ਕਿਉਂਕਿ ਬਾਣੀ ਦੇ ਬਹੁਤ ਸਾਰੇ ਸ਼ਬਦਾਂ ਨੂੰ ਸਤਿਗੁਰੂ ਜੀ ਨੇ ਉਸ ਸਮੇਂ ਉਚਾਰਨ ਕੀਤਾ ਜਦੋਂ ਉਹ ਕਿਸੇ ਮਨੁੱਖ ਨੂੰ ਤਾਰ ਰਹੇ ਸਨ, ਉਹਦਾ ਉਧਾਰ ਕਰ ਰਹੇ ਸਨ। ਜਿਵੇਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਕੁਝ ਸ਼ਲੋਕ ਐਸੇ ਹਨ ਜੋ ਉਥਾਨਕਾ ਦੇ ਰੂਪ ਵਿੱਚ ਸਾਡੇ ਪੰਥ ਵਿੱਚ ਪ੍ਰਚਲਿਤ ਹਨ, ਜਿਨ੍ਹਾਂ ਦੇ ਉੱਪਰ ਉਥਾਨਕਾ ਲਿਖੀ ਹੋਈ ਹੈ। ਜਿਵੇਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ 9 ਸਾਲ ਦੇ ਹੋਏ ਤਾਂ ਉਹਨਾਂ ਦੇ ਘਰੇ ਇੱਕ ਰਸਮ ਉਹਨਾਂ ਦੇ ਪਿਤਾ ਵੱਲੋਂ ਕੀਤੀ ਗਈ ਜਿਹਨੂੰ ਜਗਿਓਪਵੀਤ ਦੀ ਰਸਮ ਕਹਿੰਦੇ ਸਨ। ਜਗਿਓਪਵੀਤ ਦਾ ਭਾਵ ਹੈ ਸਨਾਤਨ ਧਰਮ ਦੇ ਮੁਤਾਬਕ ਕਿਸੇ ਹਿੰਦੂ ਬੱਚੇ ਦੇ ਗਲ ਵਿੱਚ ਸੂਤਰ ਦਾ ਪਾਉਣਾ, ਉਹਨੂੰ ਜਗਿਓਪਵੀਤ ਕਹਿੰਦੇ ਹਨ। ਉਹ ਰਸਮ ਜਦੋਂ ਉੱਥੇ ਉਹਨਾਂ ਦੇ ਘਰ ਵਿੱਚ ਹੋਈ ਤਾਂ ਇਤਿਹਾਸਕਾਰ ਤੇ ਉਥਾਨਕਾਵਾਂ ਵਾਲੇ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਉੱਥੇ ਆਏ ਹੋਏ ਇਕੱਠ ਦੇ ਵਿੱਚ ਜੋ ਧਾਰਮਿਕ ਰਸਮ ਕਰਨ ਆਇਆ ਪੰਡਤ, ਜਿਸ ਨੂੰ ਪੰਡਤ ਹਰਦਿਆਲ ਆਖਦੇ ਹਨ, ਉਸ ਨੂੰ ਸਾਹਮਣੇ ਰੱਖ ਕੇ ਉਸ ਨੂੰ ਮੁਤਾਬਿਕ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੁਝ ਬਚਨ ਕਹੇ ਜੋ ਆਸਾ ਕੀ ਵਾਰ ਵਿੱਚ ਸਤਿਗੁਰੂ ਜੀ ਨੇ ਦਰਜ ਕੀਤੇ ਹਨ, ਜਿਹੜੇ ਅਸੀਂ ਪੜ੍ਹਦੇ ਹਾਂ, ਜਿਹੜੇ ਅਸੀਂ ਸੁਣਦੇ ਹਾਂ। ਇਵੇਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਕਸ਼ਮੀਰ ਦੇ ਇਲਾਕੇ ਵਿੱਚ ਗਏ, ਉੱਥੇ ਉਹਨਾਂ ਨੂੰ ਇੱਕ ਬੜਾ ਹੀ ਵਿਦਵਾਨ ਪੰਡਤ ਮਿਲਿਆ ਜੋ ਆਪਣੇ ਆਪ ਵਿੱਚ ਬੜਾ ਵਿਦਵਾਨ ਸੀਗਾ, ਜਿਸ ਨੂੰ ਆਪਣੀ ਵਿਦਵਤਾ ਦਾ ਬੜਾ ਮਾਣ ਸੀਗਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸ਼ਾਸਤਰਾਰਥ ਕਰਦਾ ਹੈ, ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਚਰਚਾ ਕਰਦਾ ਹੈ, ਸੰਵਾਦ ਕਰਦਾ ਹੈ, ਤਾਂ ਉਸ ਸੰਵਾਦ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਉਹਨੂੰ ਇਲਮ ਦਿੰਦੇ ਹਨ, ਉਸ ਇਲਮ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਸਾ ਕੀ ਵਾਰ ਵਿੱਚ ਲਿਖਿਆ, ਪੜ੍ਹ ਪੜ੍ਹ ਗੱਡੀ ਲੱਧੀਐ, ਪੜ੍ਹ ਪੜ੍ਹ ਭਰੀਐ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ, ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਖ। ਸੋ ਇਸ ਤਰੀਕੇ ਦੇ ਨਾਲ ਬਾਣੀ ਦੇ ਵਿੱਚ ਬਹੁਤ ਸਾਰੀਆਂ ਉਥਾਨਕਾਵਾਂ, ਭਾਵ ਇਤਿਹਾਸ ਦੇ ਉਹ ਦ੍ਰਿਸ਼ਟਾਂਤ ਨੇ ਜਾਂ ਇਤਿਹਾਸ ਦੀਆਂ ਉਹ ਘਟਨਾਵਾਂ ਨੇ ਜਦੋਂ ਉਹ ਘਟ ਰਹੀਆਂ ਸਨ ਤੇ ਸਤਿਗੁਰੂ ਜੀ ਆਪਣੀ ਪਵਿੱਤਰ ਬਾਣੀ ਦਾ ਉਪਦੇਸ਼ ਉੱਥੇ ਨਾਜ਼ਲ ਕਰ ਰਹੇ ਸਨ। ਇਵੇਂ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੁਝ ਬਚਨ ਪੜ੍ਹਦੇ ਹਾਂ।
ਉਹਨਾਂ ਵਿੱਚੋਂ ਇੱਕ ਬਚਨ ਉਸ ਸਮੇਂ ਦਾ ਹੈ ਜਦੋਂ ਉਹਨਾਂ ਦੇ ਘਰੇ ਪੁੱਤਰ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਲਾਹੌਰ ਸ਼ਹਿਰ ਵਿੱਚ ਕਾਲ ਪੈ ਜਾਂਦਾ ਹੈ, ਪੰਜਾਬ ਦੀ ਬਹੁਤੀ ਧਰਤੀ ਤੇ ਕਾਲ ਪੈ ਜਾਂਦਾ ਹੈ। ਕਾਲ ਕਾਰਨ ਚੇਚਕ ਦੀ ਬਿਮਾਰੀ ਪਿੰਡਾਂ, ਸ਼ਹਿਰਾਂ, ਕਸਬਿਆਂ, ਥਾਵਾਂ ਤੇ ਫੈਲ ਜਾਂਦੀ ਹੈ। ਸਤਿਗੁਰੂ ਆਪਣੇ ਛੋਟੇ ਜਿਹੇ ਬਾਰਕ ਅਤੇ ਆਪਣੇ ਪਰਿਵਾਰ ਤੇ ਗੁਰਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਲੋਕਾਂ ਦੀ ਸੰਭਾਲ ਦੇ ਲਈ ਤੁਰ ਪੈਂਦੇ ਨੇ। ਉਸ ਭਿਆਨਕ ਬਿਮਾਰੀ ਦੀ ਲਾਗ ਛੋਟੇ ਬੱਚੇ ਭਾਵ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਲੱਗ ਜਾਂਦੀ ਹੈ। ਤੇ ਜਦੋਂ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਉਸ ਲਾਗ ਤੋਂ ਸਹੀ ਹੋ ਜਾਂਦੇ ਨੇ, ਭਾਵ ਉਹਨਾਂ ਦਾ ਸਰੀਰ ਸਵਸਥ ਹੋ ਜਾਂਦਾ ਹੈ, ਤਾਂ ਉਸ ਸੰਦਰਭ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਵਿੱਤਰ ਬਾਣੀ 'ਚ ਬਚਨ ਲਿਖਦੇ ਹਨ। ਕਹਿੰਦੇ ਹਨ, ਸ਼ੀਤਲਾ ਤੇ ਰਾਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਹਰ ਗੋਬਿੰਦ ਨਵਾਂ ਨਰੋਆ। ਸੋ ਬਾਣੀ ਦੇ ਵਿੱਚ ਸਤਿਗੁਰ ਨੇ ਇਹ ਢੰਗ ਵੀ ਵਰਤਿਆ। ਸੋ ਇਸ ਨੂੰ ਸਾਡੀ ਪਰੰਪਰਾ ਦੇ ਵਿੱਚ ਜਾਂ ਸਾਡੇ ਸੱਭਿਆਚਾਰ ਦੇ ਵਿੱਚ ਉਥਾਨਕਾ ਆਖਿਆ ਜਾਂਦਾ ਹੈ ਕਿ ਕੋਈ ਸ਼ਬਦ ਕਿਸੇ ਘਟਨਾ ਦੇ ਨਾਲ ਜੁੜਿਆ ਹੈ। ਜਿਸ ਵਕਤ ਉਹ ਘਟਨਾ ਘਟੀ, ਗੁਰੂ ਨਾਨਕ ਸਾਹਿਬ ਜਾਂ ਬਾਕੀ ਗੁਰੂ ਸਾਹਿਬਾਨ ਨੇ ਉਹ ਸ਼ਬਦ ਨੂੰ ਉਚਰਿਤ ਕੀਤਾ ਹੈ ਤੇ ਉਸ ਉਥਾਨਕਾ ਨੂੰ, ਉਸ ਘਟਨਾ ਨੂੰ ਸਾਡੇ ਵਿਦਵਾਨਾਂ ਨੇ ਲਿਖ ਦਿੱਤਾ ਹੈ। ਇਹ ਤੁਹਾਨੂੰ ਬਹੁਤ ਸਾਰੀਆਂ ਸਾਖੀਆਂ ਇਸ ਤਰ੍ਹਾਂ ਦੀਆਂ ਮਿਲ ਜਾਣਗੀਆਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਸਾਖੀਆਂ ਲਿਖੀਆਂ ਹੋਈਆਂ ਹਨ। ਜਦੋਂ ਤੁਸੀਂ ਉਹਨਾਂ ਨੂੰ ਪੜ੍ਹੋਗੇ ਤਾਂ ਉਹਨਾਂ ਸਾਖੀਆਂ ਦੇ ਵਿੱਚ ਵੀ ਬਹੁਤਾਤ ਸਾਖੀਆਂ ਸ਼ਬਦਾਂ ਦੇ ਨਾਲ ਜੁੜ ਕੇ ਲਿਖੀਆਂ ਹੋਈਆਂ ਨੇ, ਜਿਨ੍ਹਾਂ ਨੂੰ ਅਸੀਂ ਸ਼ਬਦਾਂ ਦੀ ਉਥਾਨਕਾ ਕਹਿ ਲੈਂਦੇ ਹਾਂ। ਮੈਂ ਇੱਕ ਗੱਲ ਹੋਰ ਕਹਿ ਕੇ ਅੱਜ ਦੇ ਸ਼ਬਦ ਦੀ ਵਿਆਖਿਆ ਆਰੰਭ ਕਰਾਂਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੜ੍ਹਨੇ ਪਾਇਆ ਗਿਆ। ਉਹ ਪੰਡਤ ਗੋਪਾਲ ਦਾਸ ਦੇ ਕੋਲ ਜਾਂਦੇ ਹਨ, ਫਿਰ ਉਹ ਕਾਜੀ ਦੇ ਕੋਲ ਜਾਂਦੇ ਹਨ। ਇਸ ਤਰ੍ਹਾਂ ਕਰਕੇ ਸੰਸਾਰਕ ਵਿਦਿਆ ਲਈ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਸੰਸਾਰਕ ਅਧਿਆਪਕਾਂ ਦੇ ਕੋਲ ਭੇਜਦੇ ਹਨ। ਸਤਿਗੁਰ ਨੇ ਉੱਥੇ ਜੋ ਉਪਦੇਸ਼ ਦਿੱਤਾ, ਉਸ ਉਪਦੇਸ਼ ਦੇ ਲਈ ਇੱਕ ਸ਼ਬਦ ਸਾਡੇ ਪੰਥ ਵਿੱਚ ਪ੍ਰਚਲਿਤ ਹੈ ਜੋ ਬਾਣੀ ਵਿੱਚ ਲਿਖਿਆ ਹੋਇਆ। ਗੁਰੂ ਕਹਿੰਦੇ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਖਾਰੀ, ਗੁਰ ਪੁੱਛ ਲਿਖ ਵਿਚਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਉਸ ਕਾਜੀ ਨੂੰ ਇਹ ਉਪਦੇਸ਼ ਦਿੱਤਾ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਸ਼ਬਦ ਸਾਡੇ ਪੰਥ ਵਿੱਚ ਉਥਾਨਕਾ ਦੇ ਤੌਰ ਤੇ ਪ੍ਰਚਲਿਤ ਹੈ। ਖੈਰ, ਅਸੀਂ ਨਿਚੋੜ ਦੀ ਗੱਲ, ਤੱਤ ਦੀ ਗੱਲ ਕਰੀਏ ਕਿ ਬਾਣੀ ਦੇ ਬਹੁਤ ਸਾਰੇ ਸ਼ਬਦਾਵਾਂ ਦੇ ਨਾਲ ਉਥਾਨਕਾ ਜੁੜੀਆਂ ਹੋਈਆਂ ਹਨ। ਕੁਝ ਉਥਾਨਕਾਵਾਂ ਇਤਿਹਾਸ ਵਿੱਚੋਂ ਹਨ, ਪਰ ਕੁਝ ਉਥਾਨਕਾਵਾਂ ਮਨ ਘੜਤ ਵੀ ਹਨ। ਜੋ ਮਨ ਘੜਤ ਹਨ, ਗੁਰਬਾਣੀ ਉਹਨਾਂ ਨੂੰ ਪ੍ਰਵਾਨ ਨਹੀਂ ਕਰਦੀ, ਪਰ ਜੋ ਇਤਿਹਾਸ ਵਿੱਚੋਂ ਗੁਰੂ ਸਾਹਿਬ ਦੇ ਵੇਲੇ ਦੀਆਂ ਘਟੀਆਂ ਘਟਨਾਵਾਂ ਨੇ, ਬਾਣੀ ਉਹਨਾਂ ਨੂੰ ਪ੍ਰਵਾਨ ਕਰਦੀ ਹੈ ਤੇ ਸਾਨੂੰ ਇਹ ਪ੍ਰੇਰਨਾ ਦਿੰਦੀ ਹੈ ਕਿ ਇਹਨਾਂ ਉਥਾਨਕਾਵਾਂ, ਇਹਨਾਂ ਸਾਖੀਆਂ ਤੋਂ ਆਪਣੇ ਅੰਦਰ ਸਿੱਖੀ ਦੀ ਲੋਅ ਨੂੰ ਪ੍ਰਗਟ ਕਰ। ਇਹਨਾਂ ਗੁਰੂ ਕੀਆਂ, ਬਾਬੇ ਕੀਆਂ ਕਹਾਣੀਆਂ ਨੂੰ ਸੁਣਾ ਤੇ ਉਹਨਾਂ ਦੇ ਤੱਤ ਨੂੰ ਗ੍ਰਹਿਣ ਕਰਕੇ ਆਪਣੇ ਅੰਦਰ ਸਿੱਖੀ ਦੀ ਰੁਮਕ ਨੂੰ ਪੈਦਾ ਕਰ। ਇਹ ਪ੍ਰੇਰਨਾ ਦਿੰਦੀਆਂ ਹਨ। ਅੱਜ ਦਾ ਜੋ ਸ਼ਬਦ ਹੈ, ਇਹ ਸ਼ਬਦ ਨੂੰ ਤੁਸੀਂ ਧਿਆਨ ਨਾਲ ਸੁਣਨਾ। ਸੂਹੀ ਮਹੱਲਾ ਪੰਜਵਾਂ, ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਬਚਨ ਹੈ। ਇਸ ਬਚਨ ਨੂੰ ਤੁਸੀਂ ਬੜੀ ਵਾਰ ਸੁਣਿਆ ਹੋਵੇਗਾ। ਇਸ ਬਚਨ ਦੇ ਨਾਲ ਵੀ ਇੱਕ ਉਥਾਨਕਾ ਜਾਂ ਇੱਕ ਤੱਥ ਜੁੜਿਆ ਹੋਇਆ ਹੈ। ਸੂਹੀ ਮਹੱਲਾ ਪੰਜਵਾ, ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ।
ਅਬ ਚਲ ਨਗਰ ਗੋਬਿੰਦ ਗੁਰੂ ਕਾ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਅਖੀਰਲੇ ਅਸਥਾਨ ਜਿਹਨੂੰ ਅਸੀਂ ਹਜ਼ੂਰ ਸਾਹਿਬ ਕਹਿੰਦੇ ਹਾਂ, ਜੋ ਨਾਂਦੇੜ ਦੀ ਧਰਤੀ 'ਤੇ ਮੌਜੂਦ ਹੈ, ਉਹਦਾ ਇੱਕ ਨਾਮ ਅਬਚਲ ਨਗਰ ਵੀ ਹੈ। ਬਹੁਤ ਸਾਰੇ ਸੱਜਣ ਇਸ ਸ਼ਬਦ ਨੂੰ, ਜੋ ਗੁਰੂ ਪੰਚਮ ਪਾਤਸ਼ਾਹ ਹਜ਼ੂਰ ਦਾ ਹੈ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਅਸਥਾਨ 'ਤੇ ਜਾਣ ਤੋਂ ਲਗਭਗ 5 ਪਾਤਸ਼ਾਹੀਆਂ ਪਹਿਲਾਂ ਲਿਖਿਆ ਗਿਆ ਹੈ, ਉੱਥੇ ਜੋੜਿਆ ਜਾਂਦਾ ਹੈ। ਭਾਵ ਹਜ਼ੂਰ ਸਾਹਿਬ ਨੂੰ ਬਹੁਤ ਸਾਰੇ ਸੱਜਣ ਅਬਚਲ ਨਗਰ ਵੀ ਆਖਦੇ ਹਨ, ਅਤੇ ਬਾਣੀ ਦਾ ਇਹ ਸ਼ਬਦ ਜਿਹੜਾ ਹੈ ਉੱਥੇ ਗਾਇਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ, ਸੁਣਿਆ ਜਾਂਦਾ ਹੈ, ਸੁਣਾਇਆ ਜਾਂਦਾ ਹੈ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਆਰਾਮ। ਜਿਵੇਂ ਮੈਂ ਪਹਿਲਾਂ ਇੱਕ ਗੱਲ ਸਾਂਝੀ ਕੀਤੀ ਸੀ ਕਿ ਕੁਝ ਉਥਾਨਕਾਵਾਂ ਉਹ ਨੇ ਜਿਨ੍ਹਾਂ ਵਿੱਚ ਸੱਚ ਹੈ, ਤੱਥ ਹੈ, ਪਰ ਕੁਝ ਉਥਾਨਕਾਵਾਂ ਉਹ ਨੇ ਜਿਨ੍ਹਾਂ ਵਿੱਚ ਸੱਚ ਤੇ ਤੱਥ ਨਹੀਂ, ਜੋ ਮਨ ਘੜਤ ਨੇ। ਮਨ ਘੜਤ ਨੂੰ ਗੁਰਬਾਣੀ ਪ੍ਰਵਾਨ ਨਹੀਂ ਕਰਦੀ, ਪਰ ਜੋ ਸੱਚ ਹੈ, ਤੱਥ ਹੈ, ਉਹਨੂੰ ਗੁਰਬਾਣੀ ਪ੍ਰਵਾਨ ਕਰਦੀ ਹੈ। ਹੁਣ ਇਸ ਬਚਨ ਨੂੰ ਸਮਝਣਾ। ਅਬਚਲ, ਅਬਚਲ ਦਾ ਮਤਲਬ ਹੁੰਦਾ ਹੈ, ਅਸਲ ਸ਼ਬਦ ਹੈ ਚੱਲ। ਚੱਲ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਜੋ ਚੱਲ ਰਹੀ ਹੈ। ਜਿਵੇਂ ਅਸੀਂ ਮਨੁੱਖ ਹਾਂ, ਅਸੀਂ ਸਾਰੇ ਚੱਲ ਹਾਂ, ਵਨਸਪਤੀ ਹੈ, ਚੱਲ ਹੈ। ਭਾਵ ਦੁਨੀਆ ਦੀ ਹਰ ਇੱਕ ਚੀਜ਼ ਚੱਲ ਹੈ। ਚੱਲ ਦਾ ਭਾਵ ਹੈ ਜਿਹਦੇ 'ਤੇ ਸਮੇਂ ਦਾ ਪ੍ਰਭਾਵ ਹੈ, ਜੋ ਸਮੇਂ ਦੇ ਮੁਤਾਬਕ ਕਦੀ ਜੋਬਨ 'ਚ ਸੀ, ਕਦੀ ਬੁੱਢੀ ਹੋ ਰਹੀ ਹੈ, ਅਤੇ ਇੱਕ ਦਿਨ ਐਸਾ ਆਉਣਾ ਜਿਹਨੇ ਨਾਸ਼ ਹੋ ਜਾਣਾ। ਜਿਵੇਂ ਸਾਉਣ ਦਾ ਮਹੀਨਾ ਆਇਆ, ਬਰਖਾ ਪਈ, ਅਤੇ ਫੁੱਲਾਂ, ਰੁੱਖਾਂ ਅਤੇ ਬਨਸਪਤੀ 'ਤੇ ਜੋਬਨ ਆ ਗਿਆ, ਅਤੇ ਉਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਝੜਨਗੇ ਨਹੀਂ। ਪਰ ਬਾਣੀ ਕਹਿੰਦੀ ਨਹੀਂ, ਇਹ ਅਚਲ ਨਹੀਂ, ਇਹ ਚੱਲ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਰੁੱਤ ਫਿਰੀ ਵਣ ਕੰਬਿਆ। ਜਿਵੇਂ ਰੁੱਤ ਬਦਲਣੀ ਹੈ, ਜਿਵੇਂ ਹੁਣ ਅਗਾਂਹ ਸਰਦੀ ਦੀ ਰਿਤੂ ਆਉਣੀ ਹੈ, ਜਿਹੜੇ ਰੁੱਖ ਹੁਣ ਹਰੇ ਭਰੇ ਨੇ, ਇਹਨਾਂ ਨੇ ਚੱਲ ਹੋ ਜਾਣੇ, ਪੱਤੇ ਝੜ ਜਾਣੇ ਨੇ। ਇਹਨੂੰ ਕਹਿੰਦੇ ਚੱਲ। ਭਾਵ ਜੋ ਕਦੀ ਜੋਬਨ 'ਤੇ ਸੀ ਅਤੇ ਕਦੀ ਨਸ਼ਟ ਹੋ ਜਾਣਗੇ। ਅਤੇ ਅਬਚਲ ਦਾ ਮਤਲਬ ਹੈ ਜੋ ਨਸ਼ਟ ਨਹੀਂ ਹੁੰਦਾ, ਜੋ ਇੱਕ ਰਸ ਰਹਿੰਦਾ, ਜਿਹਦੇ 'ਤੇ ਸਮੇਂ ਦਾ ਪ੍ਰਭਾਵ ਨਹੀਂ ਹੈ। ਭਾਵ ਜੋ ਬਦਲਦਾ ਨਹੀਂ ਹੈ, ਜਿਹਨੂੰ ਬਾਣੀ ਨੇ ਆਖਿਆ ਅਕਾਲ ਮੂਰਤ। ਬਾਣੀ ਇਹਨੂੰ ਅਕਾਲ ਮੂਰਤ ਵੀ ਕਹਿੰਦੀ ਹੈ ਕਿ ਉਹ ਚੀਜ਼ ਜੋ ਅਕਾਲ, ਜਿਹਦੇ 'ਤੇ ਸਮੇਂ ਦਾ ਪ੍ਰਭਾਵ ਨਹੀਂ। ਤਾਂ ਗੁਰੂ ਨੇ ਆਖਿਆ, ਗੁਰੂ ਅਰਜਨ ਸਾਹਿਬ ਕਹਿੰਦੇ ਹਨ, ਅਬਚਲ ਨਗਰ ਗੋਬਿੰਦ ਗੁਰੂ ਕਾ। ਜੋ ਗੁਰੂ ਹੈ, ਇਹ ਗੋਬਿੰਦ ਹੈ। ਇਸ ਨੁਕਤੇ ਨੂੰ ਹੁਣ ਥੋੜ੍ਹਾ ਜਿਹਾ ਸਮਝ ਲਿਓ। ਬਾਣੀ ਵਿੱਚ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਮੰਨਿਆ ਗਿਆ। ਬਾਣੀ ਕਹਿੰਦੀ ਹੈ ਗੁਰ ਪਰਮੇਸ਼ਰ ਏਕੋ ਜਾਣ। ਤੂੰ ਗੁਰੂ ਤੇ ਪਰਮੇਸ਼ਰ ਨੂੰ ਇੱਕ ਸਮਝ। ਇਹ ਦੋ ਵਿਖਦੇ ਨੇ, ਹੈ ਦੋ ਨੇ, ਪਰ ਹੈ ਇੱਕ ਨੇ। ਫਿਰ ਇਹ ਨੁਕਤਾ ਸਮਝ ਲਿਓ। ਬਾਣੀ ਨੇ ਇਹਨਾਂ ਨੂੰ ਮੰਨਿਆ ਵੀ ਅਲੱਗ ਅਲੱਗ ਹੈ ਕਿ ਇਹ ਦੋ ਚੀਜ਼ਾਂ ਨੇ ਬਾਣੀ 'ਚ, ਪਰ ਇੱਕ ਥਾਂ ਤੇ ਗੁਰੂ ਆ ਕੇ ਇਹ ਵੀ ਕਹਿੰਦੇ ਨੇ ਕਿ ਇਹ ਦੋ ਨਹੀਂ, ਅਸਲ 'ਚ ਹੈ ਇੱਕ ਹੀ ਨੇ, ਤੈਨੂੰ ਦਿਖਾਈ ਦੋ ਦੇ ਰਹੇ ਨੇ। ਬਾਣੀ ਦੇ ਬਹੁਤ ਸਾਰੇ ਸ਼ਬਦ ਇਸ ਗੱਲ ਨੂੰ ਵਿਆਖਿਤ ਕਰਦੇ ਹਨ। ਜਿਵੇਂ ਅਸੀਂ ਪੜ੍ਹਦੇ ਹਾਂ ਰੋਜ਼ ਸ਼ਾਮਾਂ ਨੂੰ, ਸੂਰਜ ਏਕੋ ਰੁੱਤ ਅਨੇਕ, ਗੁਰ ਗੁਰ ਏਕੋ ਵੇਸ ਅਨੇਕ। ਜਿਵੇਂ ਸੂਰਜ ਇੱਕ ਹੈ ਤੇ ਰੁੱਤਾਂ ਅਨੇਕ ਨੇ, ਇਵੇਂ ਹੀ ਗੁਰੂ ਦਾ ਜਿਹੜਾ ਵੇਸ ਹੈ ਵੇਖਣ ਨੂੰ ਇਉਂ ਲੱਗਦਾ ਕਿ ਅਨੇਕ ਹੈ, ਪਰ ਹੈ ਇੱਕ ਹੈ। ਇਹ ਨੁਕਤੇ ਨੂੰ ਬਾਣੀ ਨੇ ਕਈ ਥਾਵਾਂ ਤੇ ਉਭਾਰਿਆ। ਸੋ ਇੱਥੇ ਭਾਵ ਹੈ ਗੋਬਿੰਦ ਗੁਰੂ ਕਾ, ਭਾਵ ਉਹ ਗੁਰੂ ਜੋ ਗੋਬਿੰਦ ਸਵਰੂਪ ਹੈ, ਪਰਮੇਸ਼ਰ ਸਵਰੂਪ ਹੈ। ਇਹਨੂੰ ਭਾਈ ਸਾਹਿਬ ਭਾਈ ਸੱਤਾ ਜੀ ਤੇ ਭਾਈ ਸਾਹਿਬ ਭਾਈ ਬਲਵੰਡ ਜੀ, ਉਹਨਾਂ ਨੇ ਇਉਂ ਲਿਖਿਆ ਹੈ। ਉਹ ਕਹਿੰਦੇ ਧੰਨ ਧੰਨ ਗੁਰੂ। ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਇੱਕ ਨੂੰ ਸਾਹਮਣੇ ਰੱਖਿਆ ਸੀ, ਜਿਹਦੇ 'ਚ ਉਹਨਾਂ ਨੇ ਆਪਣੀ ਵਿਥਿਆ ਜਿਹੜੀ ਹੈ ਉਹ ਜ਼ਾਹਰ ਕੀਤੀ ਸੀ। ਹਮ ਰੁਲਤੇ ਫਿਰਤੇ
ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਉਹਨਾਂ ਨੇ ਇਸ ਬਚਨ ਨੂੰ ਜਦੋਂ ਸਾਹਮਣੇ ਰੱਖਿਆ ਤੇ ਆਪਣੀ ਬਾਣੀ 'ਚ ਇੱਕ ਬਚਨ ਲਿਖਿਆ, ਧੰਨ 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 ਗੁਰੂ ਰਾਮਦਾਸ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ। ਇਸ ਲਾਈਨ ਨੂੰ ਥੋੜਾ ਧਿਆਨ ਦਿਓ, ਸਿੱਖੀ ਅਤੇ ਸੰਗਤੀ। ਸਿੱਖਾਂ ਨੇ ਤੇ ਸਿੱਖਾਂ ਦੀ ਉਸ ਸਾਰੀ ਸੰਗਤ ਨੇ, ਭਾਵ ਸਾਰੀ ਜਮਾਤ ਨੇ ਜੋ ਗੁਰੂ ਨਾਲ ਜੁੜੀ ਹੋਈ ਸੀ ਕਿਸੇ ਨਾ ਕਿਸੇ ਰੂਪ 'ਚ, ਸਾਰਿਆਂ ਨੇ ਗੁਰੂ ਰਾਮਦਾਸ ਨੂੰ ਕੀ ਮੰਨਿਆ? ਕਹਿਣ ਲੱਗੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹਨਾਂ ਦੇ ਮਨ 'ਚ ਭੇਦ ਨਹੀਂ ਰਿਹਾ ਕਿ ਇਹ ਗੁਰੂ ਪਾਰ ਬ੍ਰਹਮ ਦੇ ਰੂਪ ਤੋਂ ਕੋਈ ਅਲੱਗ ਚੀਜ਼ ਹੈ। ਇਹਨੂੰ ਭੱਟਾਂ ਨੇ ਉਹ ਆਖਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਕਿ ਉਹਦੀ ਜੋਤ ਹੀ ਗੁਰੂ ਨਾਨਕ ਕਹਾਈ ਹੈ। ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਕਹਿੰਦੇ ਗੁਰੂ ਨਾਨਕ ਤੋਂ ਅੱਗੇ ਉਹ ਅੰਗਦ ਮਿਲਿਆ। ਅੰਗਦ ਕਿਰਪਾ ਤਾਰ ਅਮਰ ਸਤਗੁਰ ਥਿਰ ਕੀਓ, ਰਾਮਦਾਸ ਅੰਮ੍ਰਿਤ ਛਤਰ ਰਾਮਦਾਸੈ, ਅਮਰਦਾਸ ਅੰਮ੍ਰਿਤ ਛਤਰ ਰਾਮਦਾਸੈ ਦਿਓ। ਭਾਵ ਇੱਕ ਲੜੀ ਦੇ ਵਿੱਚ ਪਰੋਇਆ ਇਸ ਗੱਲ, ਭਾਵ ਉਹਨਾਂ ਦੇ ਮੁਤਲਕ ਇਹ ਦੋ ਚੀਜ਼ਾਂ ਨੇ, ਪਰ ਇੱਕ ਬਿੰਦੂ ਤੇ ਆ ਕੇ ਇਹ ਇੱਕ ਹੀ ਹੈ। ਇਹ ਬਾਣੀ ਦਾ ਇੱਕ ਬੜਾ ਮਹੀਨ ਨੁਕਤਾ ਹੈ, ਬੜਾ ਬਰੀਕ ਨੁਕਤਾ ਹੈ, ਜਿਹੜਾ ਸਾਨੂੰ ਸਮਝ ਪੈਣਾ ਚਾਹੀਦਾ। ਸੋ ਗੁਰੂ ਕਹਿੰਦੇ, ਅੱਜ ਦਾ ਸ਼ਬਦ ਜਿਹੜਾ ਅਸੀਂ ਸਮਝ ਰਹੇ ਹਾਂ, ਜਿਹਨੂੰ ਆਮ ਕਰਕੇ ਹਜ਼ੂਰ ਸਾਹਿਬ ਦੇ ਨਾਲ ਜੋੜਿਆ ਜਾਂਦਾ ਹੈ, ਉੱਥੇ ਦੇ ਅਸਥਾਨ ਨਾਲ ਜੋੜਿਆ ਜਾਂਦਾ ਹੈ, ਪਰ ਇਹ ਸ਼ਬਦ ਅਸਲ 'ਚ ਹਰ ਇੱਕ ਅਸਥਾਨ ਨਾਲ ਜੁੜਦਾ ਹੈ। ਜੋ ਵੀ ਅਸਥਾਨ ਗੁਰੂ ਦਾ ਹੈ ਉਹ ਅਬਚਲ ਹੈ। ਹੁਣ ਇਸ ਨੁਕਤੇ ਨੂੰ ਸਮਝੋ। ਗੁਰੂ ਕਹਿੰਦੇ ਅਬਚਲ ਨਗਰ ਗੋਬਿੰਦ ਗੁਰੂ ਕਾ। ਜਿਹੜਾ ਗੋਬਿੰਦ ਗੁਰੂ ਹੈ, ਭਾਵ ਗੁਰੂ ਜੋ ਪਰਮੇਸ਼ਰ ਸਰੂਪ ਹੈ, ਉਹਦਾ ਜਿਹੜਾ ਨਗਰ ਹੈ, ਨਗਰ ਕਹਿੰਦੇ ਟਿਕਾਣੇ ਨੂੰ, ਜਿੱਥੇ ਗੁਰੂ ਵਸਦਾ ਹੈ, ਉਹ ਅਬਚਲ ਹੈ। ਭਾਵ ਗੁਰੂ ਦਾ ਟਿਕਾਣਾ ਕਦੀ ਖਤਮ ਹੋਣ ਵਾਲਾ ਨਹੀਂ। ਗੁਰੂ ਇਕੱਲਾ ਹਜ਼ੂਰ ਸਾਹਿਬ ਜਾਂ ਕਿਤੇ ਇੱਕ ਜਗ੍ਹਾ ਤੇ ਨਹੀਂ ਹੈ। ਇਹਦਾ ਭਾਵ ਉੱਥੇ ਜੋੜ ਲੈਣਾ ਚੰਗੀ ਗੱਲ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਜਗ੍ਹਾ ਤੇ ਗੁਰੂ ਨਹੀਂ ਹੈ। ਜਿੱਥੇ ਗੁਰੂ ਹੈ ਕਹਿੰਦੇ ਉਹ ਟਿਕਾਣਾ ਅਬਚਲ ਹੈ, ਤੇ ਗੁਰੂ ਕਿੱਥੇ ਨਹੀਂ। ਬਾਣੀ ਤੇ ਕਹਿੰਦੀ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਉਹਦਾ ਟਿਕਾਣਾ ਤੇ ਸਾਰਿਆਂ 'ਚ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਗੁਰੂ ਦਾ ਟਿਕਾਣਾ ਸਰਬੱਤਰ ਹੈ, ਤੇ ਉਹ ਜਿਹੜਾ ਸਰਬੱਤਰ ਟਿਕਾਣਾ ਹੈ ਉਹ ਅਬਚਲ ਹੈ, ਉਹ ਨਾਸ਼ ਰਹਿਤ ਹੈ। ਗੁਰੂ ਦੇ ਟਿਕਾਣੇ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਇਹਨੂੰ ਥੋੜਾ ਜਿਹਾ ਇਤਿਹਾਸ 'ਚੋਂ ਸਮਝੀਏ। ਅਸੀਂ ਕਈ ਵਾਰ 18ਵੀਂ ਸਦੀ ਦੇ ਉਸ ਇਤਿਹਾਸ ਦੀ ਗੱਲ ਕਰਦੇ, ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਧਿਰਾਂ ਵੱਲੋਂ ਕਿ ਕਿਵੇਂ ਨਾ ਕਿਵੇਂ ਸਿੱਖਾਂ ਵਿੱਚੋਂ ਗੁਰੂ ਦੀ ਅਜ਼ਮਤ ਨੂੰ ਖਤਮ ਕੀਤਾ ਜਾਏ। ਉਹਨਾਂ ਨੇ ਸ਼ੁਰੂਆਤ ਕਿੱਥੋਂ ਕੀਤੀ? ਸ਼ੁਰੂਆਤ ਉਹਨਾਂ ਨੇ ਕੇਸਾਂ ਤੋਂ ਕੀਤੀ। ਇਉਂ ਲੱਗਾ ਉਹਨਾਂ ਨੂੰ ਕਿ ਇਹਨਾਂ ਨੂੰ ਇਹ ਸਾਰਾ ਕੁਝ ਕੇਸਾਂ 'ਚ ਹੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾਣ ਤੋਂ ਬਾਅਦ ਸੰਨ 1710 ਵਿੱਚ ਤੇ 11 ਵਿੱਚ ਬਹਾਦਰ ਸ਼ਾਹ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ, ਜਿੱਥੇ ਉਸ ਨੇ ਕੇਸ ਕੱਟਣ ਦੇ ਹੁਕਮ ਜਾਰੀ ਕੀਤੇ ਸਰਕਾਰੀ ਤੌਰ ਤੇ। ਇੱਥੋਂ ਸ਼ੁਰੂਆਤ ਹੋਈ। ਇੱਥੋਂ ਇਹ ਗੱਲ ਇੱਥੇ ਨਹੀਂ ਰੁਕੀ, ਫਿਰ ਇਹ ਗੱਲ ਆਮ ਬੰਦਿਆਂ 'ਚ ਆ ਗਈ। ਆਮ ਬੰਦੇ ਜਿਹੜੇ ਹਨ ਸਿੱਖਾਂ ਦੇ ਕੇਸਾਂ ਨਾਲ ਨਫ਼ਰਤ ਕਰਨ ਲੱਗੇ, ਜਿਹਦੇ 'ਚ ਅਸੀਂ ਅੱਗੇ ਜਾ ਕੇ ਇੱਕ ਸਾਖੀ ਪੜ੍ਹੀ, ਜਿੱਥੇ ਵਾਂ ਪਿੰਡ ਦਾ ਉਹ ਚੌਧਰੀ ਭਾਈ ਤਾਰਾ ਸਿੰਘ ਵਾਂ ਦੀ ਸਾਖੀ ਪਿੱਛੇ ਮੈਂ ਸਾਂਝੀ ਕੀਤੀ ਸੀ। ਵਾਂ ਪਿੰਡ ਦੇ ਲਾਗੇ ਦਾ ਉਹ ਚੌਧਰੀ ਜਿਹੜਾ ਆਪਣੀਆਂ ਘੋੜੀਆਂ ਛੱਡਦਾ ਤੇ ਸਿੱਖਾਂ ਨੂੰ ਚੜਾਉਣ ਲਈ ਇਹ ਕਹਿੰਦਾ, ਤੁਹਾਡੇ ਕੇਸਾਂ ਦੇ ਮੈਂ ਰੱਸੇ ਬਣਾਵਾਂਗਾ ਤੇ ਫਿਰ ਇਹਨਾਂ ਘੋੜੀਆਂ ਨੂੰ ਬੰਨਾਂਗਾ। ਇਹ ਗੱਲ ਇੱਥੋਂ ਤੱਕ ਪਹੁੰਚ ਗਈ। ਇਹ ਗੱਲ ਇੱਥੇ ਹੀ ਨਹੀਂ ਰੁਕੀ। ਇਹ ਸਾਰਾ ਕੁਝ ਕਿੱਧਰ ਜਾ ਰਿਹਾ ਹੈ? ਬਸ ਇਸ ਗੱਲ ਵੱਲ ਜਾ ਰਿਹਾ ਕਿ ਇਹਨਾਂ ਅੰਦਰੋਂ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਦੀ ਜੋਤ ਨੂੰ ਖਤਮ ਕਰਨਾ। ਫਿਰ ਗੱਲ ਇਹ ਤੋਂ ਅੱਗੇ ਵਧੀ। ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਇਸ਼ਨਾਨ ਅਤੇ ਪਾਠ ਕਰਨ 'ਤੇ ਪਾਬੰਦੀ ਲਾ ਦਿੱਤੀ। ਦਰਬਾਰ ਸਾਹਿਬ ਦੇ
परिक्रमा के बाहर चौंकी बिठा दी गई। ਅੰਮ੍ਰਿਤਸਰ तो बाहर एक किला बनाया गया, उस किले ते पहरा ला दिता गया कि किसी सिख नूं इत्थे ना आउण दिता जाए ना जाण दिता जाए। गल इत्थे नहीं रुकी, फिर उन्होंने जिन्ने भी ग्रंथ सन उन्होंने फड़ फड़ के उन्होंने पकड़ पकड़ के सरोवरां विच डोबिया ते उन्होंने अग ला दी गई। गल इत्थे भी नहीं रुकी। जो लोग गुरु कीआं साखियां सुणाउंदे सन, गुरु का वख्यान लोकां विच पेश करते सन या सिੱਖੀ ਦੀ जोत ਨੂੰ प्रगट करते सन, आम लोकां दे विचों भाई मनी सिंह वर्गे ਉਹ ਬਜ਼ੁਰਗ ਜਿਹੜੇ ਹਨ बड़े घिनौने तरीके दे नाल शहीद किए गए, बिना कसूरां तो धक्के दे नाल उन्हां नाल कसूर मिल गए। इत्थे भी गल नहीं रुकी, दायरा इन्ना क सौड़ा कर दिता गया कि किसी ने गुड़ भी नहीं कहना। ये सारियां गल्लां जिहड़ियां सेधत ने, किधर सेधत ने? इस पासे सेधत ने कि किसे ढंग नाल इन्हां अंदरों गुरु दी लो नूं खत्म करना है, गुरु दी जोत नूं खत्म करना है। पर उन्होंने बाणी दे इस गहरे संदर्भ का पता नहीं सीगा जिहड़ा गुरु साहब खुद लेके गए हैं। कहते गुरु का जिहड़ा नगर है, टिकाणा है, वो अबचल है, उन्होंने कोई मार नहीं सकता। जिहदे अंदर गुरु बैठा है ਉਹਦਾ शरीर तलवार ਦੇ ਨਾਲ ਤੇ ਚੀਰਿਆ ਜਾ ਸਕਦਾ ਹੈ, ਅੱਗ ਨਾਲ ਸਾੜਿਆ ਤੇ ਜਾ ਸਕਦਾ ਹੈ, ਆਰੇ ਨਾਲ ਕਟਿਆ ਤੇ ਜਾ ਸਕਦਾ ਹੈ, ਉਹਨੂੰ ਬੰਦ ਤੇ ਕਟਿਆ ਜਾ ਸਕਦਾ ਹੈ, ਪਰ ਉਹਦੇ ਅੰਦਰੋਂ ਗੁਰੂ ਦੀ ਸੱਤਾ ਨੂੰ ਮਾਰਿਆ ਨਹੀਂ ਜਾ ਸਕਦਾ। ਇਸੇ ਨੂੰ ਆਖਿਆ ਗਿਆ ਅਬਚਲ ਨਗਰ ਗੋਬਿੰਦ ਗੁਰੂ ਕਾ। ਸਿੱਖ ਦੇ ਅੰਦਰ ਗੁਰੂ ਦਾ ਜਿਹੜਾ ਨਗਰ ਹੈ ਉਹ ਅਬਚਲ ਹੈ, ਨਾਸ਼ ਰਹਿਤ ਹੈ। ਜਿਹਦੇ ਅੰਦਰ ਗੁਰੂ ਬੈਠਾ ਹੈ, ਦੁਨੀਆ ਦੀ ਕੋਈ ਵੀ ਤਾਕਤ ਉਹਦੇ ਅੰਦਰੋਂ ਗੁਰੂ ਦੀ ਸੱਤਾ ਨੂੰ ਮਿਟਾ नहीं सकती। ਇਹਦਾ ਭਾਵ ਇਹ ਹੈ, ਕਿੰਨੀ ਕੋਸ਼ਿਸ਼ ਹੋਈ ਹੈ। ਇਹਨੂੰ ਬਾਣੀ ਨੇ ਉਵੇਂ ਆਖਿਆ ਹੈ, ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ। ਉਹਦਾ ਸਰੀਰ ਤੇ ਪਾਣੀ 'ਚ ਡੁੱਬ ਸਕਦਾ ਹੈ, ਪਰ ਉਹ ਆਪ ਪਾਣੀ 'ਚ ਨਹੀਂ, ਉਹਦੇ ਅੰਦਰ ਦੀ ਸਿੱਖੀ ਪਾਣੀ 'ਚ ਨਹੀਂ ਡੁੱਬ ਸਕਦੀ। ਜਲ ਨਹੀਂ ਡੂਬੈ ਤਸ਼ਕਰ ਨਾ ਲੇਵੈ। ਉਹਦੇ ਸਰੀਰ ਨੂੰ ਕੋਈ ਚੁਰਾ ਕੇ ਲਿਜਾ ਸਕਦਾ ਹੈ, पर ਉਹਦੇ अंदरों सिੱਖੀ ਨੂੰ कोई चुरा नहीं सकता लालच दे के। भा न साकै जाले, ਉਹਦੇ शरीर ਨੂੰ कोई अग ला सकता है, पर ਉਹਦੇ अंदर बैठी हुई सिੱਖੀ ਨੂੰ, गुरु के टिकाणे ਨੂੰ कोई अग नहीं ला सकता। ਇਹਦਾ भाव ये है, गुर का बचन बसै जी नाले जल नहीं डूबै तशकर ना लेवै भा न साकै जाले। सो गुरु कहते कहते अब चल नगर गोबिंद गुरु का। सिख दे अंदर ते सर्वत्र थावां ते गुरु दा टिकाणा अवचल है, वो नाश रहत है। गुरु नाश रहत है। कोई गुरु दे बाहरी स्वरूप ग्रंथ नूं खत्म कर सकता है, यही सोच के, इसे ही सोच दे तहत शायद जहांगीर नूं भुलेखा लग गया, या उन्हां कट्टड़ जिन्हां नूं असीं शेख अहमद सरहंदी ते शेख फरीद बुखारी कहने नक्शबंदी फिरके वाले ते वो फिरकू ब्राह्मण ते वो फिरकू सारे लोग जेड़े सोच रहे सन कि शायद गुरु अर्जन साहब महाराज नूं खत्म कर देवांगे ते गुरु खत्म हो जाएगा, उन्हां दा वो भरम दूर हो गया, खत्म हो गया। भाई गुरदास जी ने लिखा है, अर्जन काया पलट कै मूरत हर गोबिंद सवारी। जहांगीर ने इस करके गुरु नूं तत्ती तवी ते बिठाया। उन्हां कट्टड़ मुजाहिदियां ने इस करके गुरु नूं शहीदी दे वल तोरिया कि शायद इस शरीर नूं खत्म कर दिता जाए तो गुरु खत्म हो जाएगा। ये उन्हां दा भुलेखा सी, ये उन्हां दा भरम सीगा। वो शरीर नूं खत्म कर पाए पर गुरु दी जोत, गुरु दी सत्ता नूं खत्म नहीं कर पाए। इसे करके बाणी च गुरु अर्जन साहब खुद ये गल कबूल कर रहे हैं, लिख रहे हैं कि गुरु का टिकाणा अवचल है, उन्होंने कोई नाश नहीं कर सकता। अज असी कहीए कि किसी ने गुरु ग्रंथ साहब महाराज नूं नफरत वश अग ला दी, उहदे पन्ने पाड़ दिते ते वो गुरु नूं खत्म कर लेगा, ये उहदा भरम है, ये उहदा भुलेखा है, ये उहदे अंदर दी बुज़दिली है, ये उहदे अंदर दी जिहड़ी है समझ लो नफरत है, या ये कह लो कि ये उहदे अंदर दा किसी तरीके का वो खौफ है कि वह गुरु तो डरदा है, जिस कारण वो सारा कुछ कर रहा है। पर वो इस ढंग नाल गुरु नूं खत्म नहीं कर सकता, गुरु की सत्ता नूं मिटा नहीं सकता, क्योंकि खुद गुरु साहब कह रहे हैं, अब चल नगर गोबिंद गुरु का
परमेश्वर रूप गुरु दा नगर टिकाणा जिहड़ा वो अबचल है, नाश रहता है। नाम जपत सुख पाया राम। ते जिहड़े सिख ने ऐसे गुरु नाल जुड़ के नाम नूं जपिया, जो नाश रहता है, उन्हें अंदरों सुख हासिल किया। मन इच्छे से ही फल पाए। उन्हें गुरु कोलों मन इच्छत फल पा लए। इत्थे मैं अगे भी एक दिन गल सांझी कीती सी कि जदों साडी अवस्था नीवी है, उदों साडे मन की इच्छा जिहड़ी है वो संसारक पदार्थां तक है। पर जदों बंदा गुरु दे नेड़े हो के नाम दे नेड़े हुंदा है तां उहदे अंदर दुनियावी चीज़ां दी मंग, इहदा जोर घट जांदा है ते अंदर कुर्बानी दा भाव पैदा हुंदा है। इस करके इतिहास विचों कई दृष्टांत ऐसे ने, जिवें असीं पीर बुद्धू शाह दा दृष्टांत देखदे हां। उन्हां ने किड्डी वड्डी कुर्बानी कीती। जे वो चाहुंदे ते गुरु गोबिंद सिंह महाराज कोलों उस वेले बहुत कुछ मंग सकदे सन, पर नहीं। गुरु की नेड़ता ने उन्हां दे अंदरों ये सारा कुछ खत्म कर दिता है। उन्होंने कुर्बानी के भाव में आके अपने पुत्र, अपने मरीद, अपना सारा कुछ दाह ते ला के गुरु कोल मंगिया कि एक कंघा ते ओहदे च केस। इहनूं कहंदे कुर्बानी का भाव। सो मन इच्छे का भाव जदों असीं नीवें तल ते आं ते सानूं लगदा असीं गुरु कोलों दुकान भी मंग लीए, कार भी मंग लीए, कोठी भी मंग लीए, आ भी मंग लीए। ये नीवीं अवस्था दीयां गल ने। इहनूं आपां कह सकदे हां बंदे दी वो अवस्था जिन्हों बाड़ी ने आख्या माया विच लिबड़ी हुई अवस्था, जिन्हों रज तम ते सतगुण विच लिबड़ी हुई अवस्था आख्या। इत्थे सारियां मंगां रहिंदियां ने, पर जदों बंदा नाम दे नेड़े हुंदा है, उहदी अवस्था उच्ची चुकी जाती है, उत्थे सारियां मंगां मुक जांदियां। उत्थे फिर उहदे अंदर केवल एक ही चीज़ उठदी है, जिन्हों गुरु नानक साहब महाराज कहंदे नानक कै घर केवल नाम। उत्थे केवल मंग नाम दी कुर्बानी दी कीती जाती है। सो गुरु कहंदे मन इच्छे से ही फल पाए। उन्हें मन इच्छत जो श्रेष्ठ फल है, कुर्बानी का भाव है, जिन्हों गुरु ने अपने बचन च ओवें आख्या जो तो फ्रेम खिलन का चाओ, सिर धर तली गली मेरी आओ। उन्हें ये जिहड़ा मन इच्छत फल है वो गुरु कोलों मंग लिया है। ये सब तो श्रेष्ठ फल है जिन्हों बाणी ने अपने बचना राही किया है। गुरु कहंदे मन इच्छे से ही फल पाए, करते आप वसाया। ते करते ने ऐसे सिख नूं आप वसा दिता है। वसा देने का भाव हुंदा है आबाद कर दिता है, उहदे जीवन नूं भरपूर कर दिता है हर एक चीज़ दे नाल। गुरु अगे कहंदे करते आप वसाया। करते ने आप सिख नूं वसाया है, भाव आबाद किया है। सर्ब सुख पाया। उन्हें सारे सुख जिहड़े हन वो पा लए हन। पुत भाई सिख बिगासे। ते ऐसे सिख नाल जुड़े हुए उहदे भरा, उहदे पुत्र ते उस दे होर सिख सखे सारे खुश हुंदे ने। उहदी करनी ते वो खुश हुंदे ने, बिगसदे ने। पुत भाई सिख बिगसे। वो खुश होए कि साडे घर ऐसा करनी वाला कोई गुरु का प्यार वाला सिख पैदा होया। भाव उन्होंने अपने वड्डे वडेरे दी करनी ते किसी तरह की कोई शर्मिंदगी नहीं है, किसी तरह का कोई उन्होंने झोरा नहीं। वो ये गल प्रवान करते हैं कि इसने गुरु के भाणे अंदर जो किया सता सुध सच किया, जो किया सही किया। इन्हें गुरु के भाणे अंदर जो किया वो बिल्कुल गुरु के भाणे दे अंदर है। इस करके वो इस गल की नमोशी नहीं, उन्होंने इस गल का ये झोरा नहीं है, उन्होंने इस गल का दुखांत नहीं है। इस गल की उन्होंने अंदर चढ़ती कल है, जिहदे बारे बाणी चों असी कई बार एक दृष्टांत देने हुन्ने आ। इतिहास विचों भी असी गल करते हैं शुबेग सिंह ते शाहबाज सिंह दी, जो चरखड़ियां ते चाड़ के शहीद किए गए। उहदे चों मैं एक गल कह के अगे तुरांगा।
ਜਦੋਂ ਪਿਓ ਤੇ ਪੁੱਤ ਦੋਵਾਂ ਨੂੰ ਅਲੱਗ-ਅਲੱਗ ਕਰ ਲਿਆ ਗਿਆ, ਇਹ ਦੋਵੇਂ ਮਿਲਵਰਤਣੀਏ ਸਿੱਖ ਸਨ। ਪਿਤਾ ਲਾਹੌਰ ਦਰਬਾਰ ਵਿੱਚ ਕੰਮ ਕਰਦਾ ਸੀ ਤੇ ਜਿਹੜਾ ਪੁੱਤਰ ਸੀਗਾ ਉਹ ਕਿਸੇ ਕਾਜੀ ਦੇ ਕੋਲ ਉਸ ਵਕਤ ਦੀ ਅਵਲ ਦਰਜੇ ਦੀ ਪੜ੍ਹਾਈ ਕਰ ਰਿਹਾ ਸੀਗਾ, ਬੜਾ ਹੁਸ਼ਿਆਰ ਸੀਗਾ। ਬਸ ਉਹਨਾਂ ਦਾ ਇਹ ਗੁਣੀ ਹਕੂਮਤ ਨੂੰ ਜਰਿਆ ਨੂੰ, ਕਹਿੰਦੇ ਇਹ ਸਿੱਖ ਹੋ ਕੇ ਇੰਨੇ ਲਾਇਕ ਨੇ, ਜੇ ਕਿਤੇ ਸਾਡੇ ਧਰਮ 'ਚ ਆ ਜਾਣ ਤੇ ਬੜੀ ਵਧੀਆ ਗੱਲ ਹੋਏਗੀ। ਉਹਨਾਂ ਨੇ ਇਹਨਾਂ ਦੋਵਾਂ ਨੂੰ ਕੈਦ ਕਰ ਲਿਆ ਤੇ ਚਰਖੜੀ ਤੇ ਚਾੜਨ ਦਾ ਹੁਕਮ ਦਿੱਤਾ। ਜਿਹੜਾ ਨੁਕਤਾ ਮੈਂ ਸਾਂਝਾ ਕਰ ਰਿਹਾ ਇੱਥੇ ਆਇਆ, ਕਹਿੰਦੇ ਸਿੱਖ ਪੁੱਤ ਭਾਈ ਸਿੱਖ ਬਿਗਸੇ, ਆਪਣੇ ਵੱਡੇ ਵਡੇਰੇ ਦੀ ਕਰਨੀ ਤੇ ਉਹ ਬਿਗਸਦੇ ਨੇ। ਦੋਵਾਂ ਨੂੰ ਇੱਕ ਦੂਜੇ ਤੋਂ ਜੁਦਾ ਕਰਕੇ ਤੇ ਗੱਲਾਂ ਕਹੀਆਂ ਗਈਆਂ ਕਿ ਤੇਰਾ ਬਾਪ ਜਿਹੜਾ ਉਹਨੇ ਤੇ ਸਾਡੀ ਗੱਲ ਮੰਨ ਲਈ ਹੈ, ਤੂੰ ਵੀ ਮੰਨ ਲਾ। ਬਾਪ ਕੋਲ ਗਏ, ਉਹਨੂੰ ਕਹਿੰਦੇ ਤੇਰੇ ਪੁੱਤ ਨੇ ਸਾਡੀ ਗੱਲ ਮੰਨ ਲਈ ਹੈ, ਤੂੰ ਵੀ ਮੰਨ ਲਾ। ਪਰ ਦੋਵਾਂ ਦਾ ਜਵਾਬ ਇੱਕੋ ਸੀ। ਉਹ ਬੇਸ਼ੱਕ ਭਾਵੇਂ ਇੱਕ ਦੂਜੇ ਤੋਂ ਜੁਦਾ ਸਨ, ਪਰ ਜਵਾਬ ਇੱਕ ਸੀ। ਕਹਿਣ ਲੱਗੇ ਹੋਰ ਸਾਰੀਆਂ ਗੱਲਾਂ ਸੱਚ ਹੋ ਸਕਦੀਆਂ ਹਨ। ਬਾਪ ਕਹਿਣ ਲੱਗਾ ਮੇਰਾ ਪੁੱਤ ਇਉਂ ਨਹੀਂ ਕਰ ਸਕਦਾ, ਤੇ ਪੁੱਤ ਕਹਿਣ ਲੱਗਾ ਮੇਰਾ ਬਾਪ ਇਉਂ ਨਹੀਂ ਕਰ ਸਕਦਾ ਜਿਵੇਂ ਤੁਸੀਂ ਕਹਿ ਰਹੇ। ਇਹਨੂੰ ਕਹਿੰਦੇ ਹਨ। ਉਹ ਆਪੋ ਆਪਣੀ ਕਰਨੀ ਤੇ ਬੜੇ ਖੁਸ਼ ਸਨ। ਹਾਲਾਂਕਿ ਵਿੱਚੋਂ ਕੁਝ ਬੰਦਿਆਂ ਨੇ ਇਹ ਵੀ ਗੱਲ ਕਹੀ ਕਿ ਤੂੰ ਆਪਣੇ ਪੁੱਤ ਨੂੰ ਤੇ ਬਚਾ ਲਾ। ਤਾਂ ਇਤਿਹਾਸ ਵਿੱਚ ਇੱਕ ਕਥਨ ਆਉਂਦਾ ਹੈ ਜਿਹੜਾ ਸਾਡੇ ਇਤਿਹਾਸਕਾਰਾਂ ਨੇ ਲਿਖਿਆ। ਕਹਿਣ ਲੱਗੇ ਹਮ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਰਾਖੈ ਕਵਣ ਵਡਾਈ। ਇਹ ਵੀ ਗੱਲ ਉੱਥੇ ਕਹੀ ਗਈ। ਸੋ ਇਹਦਾ ਭਾਵ ਇਹ ਹੈ, ਜਦੋਂ ਕੋਈ ਸਾਡੇ ਪਰਿਵਾਰ ਵਿੱਚੋਂ ਸਿੱਖੀ ਦੇ ਜਜ਼ਬੇ ਦੇ ਨਾਲ ਕੋਈ ਖਾਸ ਕੁਰਬਾਨੀ ਕਰਦਾ ਹੈ ਤਾਂ ਉਹਦੇ ਪਿਛੋਕੜ 'ਚ ਜਿਹੜੇ ਜੀ ਰਹੇ ਹੁੰਦੇ ਨੇ ਉਹਨਾਂ ਨੂੰ ਉਸ ਕੁਰਬਾਨੀ ਤੇ ਉਸ ਸੇਵਾ ਤੇ ਮਾਣ ਹੁੰਦਾ ਹੈ, ਪਛਤਾਵਾ ਨਹੀਂ ਹੁੰਦਾ। ਗੁਰਦੇਵ ਕਹਿੰਦੇ ਪੁੱਤ ਭਾਈ ਸਿੱਖ ਬਿਗਾਸੇ, ਗੁਣ ਗਾਵੇ ਪੂਰਨ ਪਰਮੇਸ਼ਰ। ਉਹ ਪੂਰਨ ਪਰਮੇਸ਼ਰ ਦੇ ਗੁਣਾਂ ਨਾਲ ਗਾਉਂਦੇ ਨੇ। ਕਾਰਜ ਆਇਆ ਰਾਸੇ, ਉਹਨਾਂ ਦਾ ਕਾਰਜ ਸਵਰ ਗਿਆ। ਪ੍ਰਭ ਆਪ ਸੁਆਮੀ ਆਪੇ ਰੱਖਾ ਕਹਿੰਦੇ ਰੱਖਣ ਵਾਲਾ, ਰਖਵਾਲੀ ਕਰਨ ਵਾਲਾ। ਮਾਲਕ ਆਪ ਹੀ ਉਹਨਾਂ ਦਾ ਮਾਲਕ ਹੈ, ਸੁਆਮੀ ਹੈ, ਤੇ ਆਪ ਹੀ ਉਹਨਾਂ ਦਾ ਰੱਖਿਅਕ ਹੈ। ਆਪ ਪਿਤਾ ਆਪ ਮਾਇਆ, ਵਾਹਿਗੁਰੂ ਆਪ ਹੀ ਉਹਨਾਂ ਦਾ ਪਿਤਾ ਹੈ ਤੇ ਆਪ ਹੀ ਉਹਨਾਂ ਦੀ ਮਾਂ। ਕਉ ਨਾਨਕ ਸਤਿਗੁਰ ਬਲਿਹਾਰੀ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਜਾਣਾ। ਕਿਉਂ? ਜਿਨ ਇਹ ਥਾਨ ਸੁਹਾਇਆ, ਜਿਸ ਨੇ ਇਹ ਸੋਹਣਾ ਅਸਥਾਨ ਸ਼ੋਭਨੀਕ ਕੀਤਾ। ਭਾਵ ਜਿਸ ਗੁਰੂ ਨੇ ਆਪਣੇ ਟਿਕਾਣੇ ਨੂੰ ਆਪ ਤਖਤ ਉੱਤੇ ਬੈਠ ਕੇ ਸ਼ੋਭਨੀਕ ਸੋਹਣਾ ਬਣਾਇਆ ਹੈ। ਸੋ ਅੱਜ ਦੇ ਸ਼ਬਦ ਅੰਦਰ ਇੱਕ ਖਾਸ ਤੱਤ ਸਿੱਖੀ ਦਾ ਗੁਰੂ ਅਰਜਨ ਸਾਹਿਬ ਸਾਡੇ ਸਾਹਮਣੇ ਰੱਖ ਰਹੇ ਨੇ। ਉਹ ਇਹ ਹੈ ਕਿ ਗੁਰੂ ਦਾ ਟਿਕਾਣਾ ਅਮਰ ਹੈ, ਅਬਨਾਸ਼ੀ ਹੈ, ਅਬਚਲ ਹੈ, ਨਾਸ਼ ਰਹਿਤ ਹੈ। ਜਿੱਥੇ ਗੁਰੂ ਵਰਤਦਾ ਹੈ ਉਸ ਟਿਕਾਣੇ ਨੂੰ ਕੋਈ ਦੁਨੀਆ ਦਾ ਬੰਦਾ ਨਾਸ਼ ਨਹੀਂ ਕਰ ਸਕਦਾ। ਇਹ ਗੱਲ ਗੁਰੂ ਅਰਜਨ ਸਾਹਿਬ ਇਉਂ ਕਹਿ ਕੇ ਗਏ, ਅਬਚਲ ਨਗਰ ਗੋਬਿੰਦ। ਗੁਰੂ ਕਾ ਅਬਚਲ ਦਾ ਮਤਲਬ ਹੁੰਦਾ ਹੈ ਨਾਸ਼ ਰਹਿਤ। ਗੁਰੂ ਦਾ ਟਿਕਾਣਾ ਨਾਸ਼ ਰਹਿਤ ਹੈ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਆਪ ਸਾਰੇ ਸਤ ਸੰਗੀ ਜਨਾਂ ਨੇ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਹਿਤ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ।
साचे साहिबा क्या नहीं करती रह, सदा सिफत सलाह तेरी नाम मन वसावे। कह नानक सच्चे साहिब क्या नहीं करती रह, साचा नाम मेरा आधारो। कार शांत सुख मन आए वसिया, जिन इच्छा सब पुजाइया। कह नानक सुनो संतो शब्द तरो प्यारो, साचा नाम मेरा आधारो आजे। कार सुभागै शब्द वाजे, कला जित करतारिया। तुर कर्म पाया तुद जिनको से, नाम हर कै लागे। आनंद सुनो वंड पागियो, सगल मनोरथ